परम सत्कारयोग सतगुरां दी साजी निवाजी गुरु रूप प्यारे गुरु सवारी साध संगत जी, अकाल पुरख महाराज जी रहमत दे नाल नितनेम कर्म अनुसार परमेश्वर दे चरना कमलों की हाजरी भर के जन्म दे कुछ पल सफलियां करन दे यतन करदे हां। अकाल पुरख जी जिस भी प्राणी ते अपनी बख्शिश करदे नहन, उन्हां दा अमृत वेले दा जागना नाल नाल परमेश्वर के नाम की आराधना, अपने घर दे काम, मनुख की सोचनी, ये सब कुछ परमात्मा की रहमत बख्शिश के नाल मनुख नूं प्राप्त होंदा है। जितने दुनियादारी दे काम ने ये काम भी परमात्मा की बख्शिश के नाल ही प्राप्त होंदे ने। जिसनों दुनियादारी दे विच काम मिल रहा है, अक्सर ऐसा मनुख अपने आप को भागां वाला समझदा है कि मैनूं काम मिले, मैं किरत करदा, अपने कुटुंब की पालन पोषण चंगे सुचੱਜੇ ढंग दे नाल कर लवांगा। बिना कर्मां तो, बिना परमात्मा की बख्शिश तो बिना ते मनुख नूं काम भी नहीं मिलता। बड़ी जदोजहद करके इन्हें पढ़ाइयां कीतियां ने, काम नहीं मिले। अक्सर मनुख की जिंदगी अंदर पछतावा हो जाता है कि इन्हां पढ़ाइयां डिग्रियां करन दा की लाभ मिले जद कोई काम ते मिले नहीं। परमात्मा की बख्शिश के नाल मनुख नूं एक काम मिलते हैं, भाव किरत मिलती है। वो गल वखरी है कि कोई मनुख अपनी किरत दे नाल, अपने काम दे नाल धोखा कर रहा होवे, अपने काम दे नाल ही चोरी कर रहा होवे। ऐसा ते लोभी मनुखां दा जिहड़ा है वो कर्म है, क्योंकि लोभी मनुखां दे जिहड़ी तृष्णा है ये कदी भी रुकदी नहीं है। आदि काल तो लैके जिन्ने भी चौपाए जानवर ने, जंगली जानवर ने, इन्हां सारे चौपाए जानवरां नूं मनुख ने जिहड़े इन्हां दे विचों सियाणे जानवर सन, उन्हां नूं जंगलां दे विचों पकड़ के उन्हां जानवरां तो इन्हें कम लेता है और ले रहा है। हाथी है, घोड़ा है, गधा है, होर इत्यादि जानवर ने। इन्हां नूं जंगलां दे विचों पकड़ के ते इन्हां दे बंदिशां दे विच इन्हां नूं बन्न के फिर मनुख ये तो कम लैंदा है।
ਤੇ ਮਨੁੱਖ ਨੇ ਘੋੜੇ ਨੂੰ ਪਕੜਿਆ, ਹਾਥੀ ਨੂੰ ਪਕੜਿਆ, ਹੋਰ ਜਾਨਵਰ ਪਕੜੇ ਨੇ ਜਿਹੜੇ ਜ਼ਿਆਦਾਤਰ ਭਾਰ ਢੋਂਦੇ ਨੇ, ਜ਼ਿਆਦਾਤਰ ਜਾਨਵਰ ਭੱਜਦੇ ਹਨ। ਉਹਨਾਂ ਨੂੰ ਰੋਕਣ ਵਾਸਤੇ ਤਰ੍ਹਾਂ ਤਰ੍ਹਾਂ ਦੇ ਸਾਧਨ ਜਿਹੜੇ ਮਨੁੱਖ ਨੇ ਉਹ ਜੁਟਾਏ ਨੇ। ਕਿਸੇ ਪਸ਼ੂ ਦੇ ਨੱਕ ਵਿੱਚ ਨਕੇਲ ਪਾਈ ਹੈ ਤਾਂ ਕਿ ਜਿੰਨਾ ਕੁ ਟਾਈਮ ਇਸ ਨੇ ਤੁਰਨਾ ਹੋਵੇ ਤੁਰੇ, ਤੇ ਜਦ ਇਹਨੂੰ ਰੋਕਣਾ ਹੋਵੇ ਤੇ ਇਹਨੂੰ ਨੱਕ ਵਿੱਚ ਪਾਈ ਹੋਈ ਨਕੇਲ ਦੇ ਨਾਲ ਖਿੱਚ ਕੇ ਇਹਨੂੰ ਰੋਕਿਆ ਜਾਵੇ। ਜਿਤਨੇ ਵੀ ਜਾਨਵਰ ਨੇ ਆਦਿ ਕਾਲ ਦੇ ਵਿੱਚ ਮਨੁੱਖ ਇਹਨਾਂ ਪਸ਼ੂਆਂ ਤੋਂ ਬਹੁਤ ਕੰਮ ਲੈਂਦਾ ਰਿਹਾ। ਔਰ ਇਹਨਾਂ ਤੋਂ ਕੰਮ ਹੀ ਨਹੀਂ, ਜਦ ਥੋੜ੍ਹਾ ਟਾਈਮ ਤੇ ਬਾਅਦ ਮਨੁੱਖ ਨੇ ਤਰੱਕੀ ਕੀਤੀ ਹੈ, ਫਿਰ ਇਹਨੇ ਸਾਈਕਲ ਤਿਆਰ ਕੀਤਾ। ਸਾਈਕਲ ਨੂੰ ਜਿੱਥੇ ਭੱਜਣ ਵਾਸਤੇ ਉਸ ਦੇ ਅਨੇਕਾਂ ਯਤਨ ਜੁਟਾਏ, ਉੱਥੇ ਉਸ ਨੂੰ ਰੋਕਣ ਵਾਸਤੇ ਸਾਈਕਲ ਦੇ ਬ੍ਰੇਕਾਂ ਵੀ ਲਾਈਆਂ। ਇਸੇ ਤਰ੍ਹਾਂ ਮੋਟਰ ਗੱਡੀਆਂ ਬਣਾਈਆਂ ਨੇ, ਹਵਾਈ ਜਹਾਜ਼ ਬਣਾਏ, ਤੇ ਸਾਰੀਆਂ ਚੀਜ਼ਾਂ ਦੇ ਜਿਹੜੀਆਂ ਸੀ ਉਹ ਬ੍ਰੇਕਾਂ ਲਗਾਈਆਂ ਮਨੁੱਖ ਨੇ। ਚੌਪਾਏ ਜਾਨਵਰਾਂ ਦੇ ਹਾਥੀ ਦੇ ਲਾਈਆਂ, ਘੋੜੇ ਦੇ ਲਾਈਆਂ, ਗਧੇ ਦੇ ਲਾਈਆਂ, ਜਿਨ੍ਹਾਂ ਜਾਨਵਰਾਂ ਤੋਂ ਇਹਨੇ ਕੰਮ ਲੈਤੇ ਨੇ ਸਭ ਦੇ ਬ੍ਰੇਕਾਂ ਲਾਈਆਂ ਨੇ। ਔਰ ਜਿਨ੍ਹਾਂ ਤੋਂ ਕੰਮ ਲੈ ਰਹੇ, ਬਕਾਇਦਾ ਘਰਾਂ ਦੇ ਵਿੱਚ ਪਸ਼ੂ ਰੱਖੇ ਨੇ, ਉਹਨਾਂ ਪਸ਼ੂਆਂ ਦੇ ਬਕਾਇਦਾ ਸੰਗਲ ਪਾਏ ਹੋਏ ਨੇ। ਮਨੁੱਖ ਨੇ ਬ੍ਰੇਕਾਂ ਲਗਾਈਆਂ ਹੋਈਆਂ ਨੇ ਤਾਂ ਕਿ ਪਸ਼ੂ ਕਿਸੇ ਪਾਸੇ ਭੱਜਣ ਨਾ। ਹਵਾਈ ਜਹਾਜ਼ ਨੂੰ ਮਨੁੱਖ ਨੇ ਆਕਾਸ਼ ਦੇ ਵਿੱਚ ਉਡਾਇਆ ਤੇ ਨਾਲ ਨਾਲ ਉਹਦੇ ਸਾਧਨ ਜੁਟਾਏ ਨੇ ਕਿ ਇਹ ਧਰਤੀ ਤੇ ਲੈਂਡ ਵੀ ਹੋ ਜੇ, ਧਰਤੀ ਤੇ ਵਾਪਸ ਵੀ ਉਤਰੇ। ਜਿਤਨੇ ਪਸ਼ੂ ਨੇ, ਚੌਪਾਏ ਜਾਨਵਰ ਨੇ, ਇਹਨਾਂ ਦੇ ਬ੍ਰੇਕਾਂ ਲੱਗੀਆਂ। ਅਗਰਵਾਈ ਜੇ ਕੋਈ ਮਨੁੱਖ ਆਪਣੀ ਮੋਟਰ ਗੱਡੀ ਤਿਆਰ ਕਰੇ ਤੇ ਕਹਿ ਦੇਵੇ ਕਿ ਇਹਦੇ ਨਾ ਤੇ ਬ੍ਰੇਕਾਂ ਨੇ ਅਤੇ ਨਾ ਹੀ ਇਸ ਦੇ ਸਟੀਅਰਿੰਗ ਹੈ, ਤੇ ਜੇ ਗੱਡੀ ਦੇ ਬ੍ਰੇਕਾਂ ਹੀ ਹੈ ਨਹੀਂ, ਸਟੀਅਰਿੰਗ ਹੀ ਹੈ ਨਹੀਂ, ਤਾਂ ਐਸੀ ਗੱਡੀ ਨੂੰ ਕੋਈ ਕੌਡੀਆਂ ਦੇ ਭਾਅ ਵੀ ਨਹੀਂ ਖਰੀਦਦਾ। ਐਸੀ ਗੱਡੀ ਨੂੰ ਕੋਈ ਖਰੀਦੇਗਾ ਨਹੀਂ, ਕਿਉਂਕਿ ਪਤਾ ਹੈ ਕਿ ਜਿਸ ਦੇ ਬ੍ਰੇਕਾਂ ਹੀ ਹੈ ਨਹੀਂ, ਜਦ ਚੱਲਾਂਗੇ ਤੇ ਮੌਤ ਨੂੰ ਦਾਵਤ ਦੇਣ ਦੇ ਬਰਾਬਰ ਹੈ, ਹੋਰ ਕੀ ਹੈ। ਜਿਹੜੇ ਘੋੜੇ ਦੇ ਲਗਾਮਾਂ ਨਾ ਪਾਈਆਂ ਹੋਣ, ਸਿਆਣਾ ਮਨੁੱਖ ਇਹੋ ਜਿਹੇ ਘੋੜੇ ਤੇ ਨਹੀਂ ਚੜ੍ਹਦਾ, ਕਿਉਂਕਿ ਉਹਨੂੰ ਪਤਾ ਵੀ ਇਹਦੇ ਬ੍ਰੇਕਾਂ ਹੀ ਕੋਈ ਨਹੀਂ, ਇਹਨੇ ਤੇ ਸਿਰਫ ਭੱਜਣਾ ਹੈ, ਰੁਕਣ ਦੀਆਂ ਬ੍ਰੇਕਾਂ ਕੋਈ ਨਹੀਂ ਹੈ ਇਸ ਦੀ। ਕਿਸੇ ਮਨੁੱਖ ਨੂੰ ਕਿਹਾ ਜਾਵੇ ਕਿ ਜਹਾਜ਼ ਦੇ ਵਿੱਚ ਤੁਸੀਂ ਬੈਠੋ, ਪਰ ਇੰਨੀ ਗੱਲ ਚੇਤੇ ਰੱਖਿਓ ਕਿ ਇਹ ਜਹਾਜ਼ ਆਕਾਸ਼ ਦੇ ਵਿੱਚ ਉੱਡੇਗਾ, ਇਹ ਥੱਲੇ ਉਤਰਨ ਦੇ ਇਹਦੇ ਕੋਈ ਯਤਨ ਨਹੀਂ ਹੈ, ਕੋਈ ਯਤਨ ਨਹੀਂ ਜੁਟਾਏ ਗਏ। ਤੇ ਐਸੇ ਜਹਾਜ਼ ਦੇ ਵਿੱਚ ਵੀ ਕੋਈ ਬੈਠਣਾ ਪਸੰਦ ਨਹੀਂ ਕਰੇਗਾ। ਕੌਣ ਬੈਠੇਗਾ? ਜਿਹੜੇ ਜਹਾਜ਼ ਦਾ ਪਤਾ ਵੀ ਆਕਾਸ਼ ਦੇ ਵਿੱਚੋਂ ਇਹਨੇ ਥੱਲੇ ਆਉਣਾ ਹੀ ਨਹੀਂ, ਕੋਈ ਨਹੀਂ ਬੈਠੇਗਾ। ਟ੍ਰੇਨ ਕਿੱਡੀ ਲੰਬੀ ਹੈ, ਉਹਨੂੰ ਖਿੱਚਣ ਵਾਸਤੇ ਤੇ ਇੱਕ ਇੰਜਨ ਲੱਗਿਆ ਹੋਇਆ ਹੈ, ਪਰ ਉਹਨੂੰ ਰੋਕਣ ਵਾਸਤੇ ਹਰ ਇੱਕ ਡੱਬੇ ਦੇ ਵਿੱਚ ਸਾਧਨ ਜੁਟਾਏ ਹੋਏ ਨੇ।
ਉਹਦੇ ਵਿੱਚ ਇੱਕ ਤਾਰ ਲੱਗੀ ਹੁੰਦੀ ਹੈ ਟ੍ਰੇਨ ਦੇ ਵਿੱਚ ਕਿ ਜਦ ਵੀ ਕੋਈ ਤੁਹਾਨੂੰ ਐਮਰਜੈਂਸੀ ਹੈ ਤੇ ਉਹ ਤਾਰ ਨੂੰ ਖਿੱਚ ਦਿਓ, ਡਰਾਈਵਰ ਟ੍ਰੇਨ ਨੂੰ ਰੋਕ ਦਿੰਦਾ ਹੈ ਐਮਰਜੈਂਸੀ ਦੇ ਵਿੱਚ। ਜਿੰਨੇ ਡੱਬੇ ਨੇ ਸਾਰੇ ਡੱਬਿਆਂ ਦੇ ਵਿੱਚ ਸਾਧਨ ਜੁਟਾਏ ਨੇ ਕਿ ਟ੍ਰੇਨ ਨੂੰ ਰੋਕਿਆ ਜਾ ਸਕਦਾ ਹੈ, ਬ੍ਰੇਕਾਂ ਨੇ। ਜੇ ਕੋਈ ਕਹੇ ਵੀ ਟ੍ਰੇਨ ਤੇ ਚੜ੍ਹ ਜਾਓ ਜਿਹਨੇ ਚੜ੍ਹਨਾ ਹੈ, ਇਹ ਟ੍ਰੇਨ ਰੁਕਦੀ ਤੇ ਨਹੀਂ ਹੈ। ਐਸੀ ਟ੍ਰੇਨ ਤੇ ਵੀ ਕੌਣ ਚੜ੍ਹੇਗਾ। ਚੌਪਾਏ ਜਾਨਵਰ ਜਿਨ੍ਹਾਂ ਦੇ ਨੱਕ ਦੇ ਵਿੱਚ ਨਕੇਲ ਨਹੀਂ ਪਾਈ ਹੋਈ, ਐਸੇ ਜਾਨਵਰ ਤੇ ਕੋਈ ਨਹੀਂ ਚੜ੍ਹਦਾ ਜਿਹਦਾ ਰੁਕਣ ਦਾ ਕੋਈ ਯਤਨ ਨਹੀਂ ਹੈ। ਮੋਟਰ ਗੱਡੀਆਂ ਨੇ, ਕਾਰਾਂ ਨੇ, ਟ੍ਰੇਨਾਂ ਨੇ, ਹਵਾਈ ਜਹਾਜ਼ ਨੇ, ਇਹ ਸਾਰੇ ਦੇ ਸਾਰੇ ਜਿੱਥੇ ਭੱਜਣ ਦੇ ਵਿੱਚ ਬੜੇ ਸਮਰੱਥ ਨੇ, ਉੱਥੇ ਇਹਨਾਂ ਨੂੰ ਰੋਕਣ ਦੇ ਵੀ ਨਾਲ ਦੀ ਨਾਲ ਸਾਧਨ ਜਿਹੜੇ ਨੇ ਉਹ ਜੁਟਾਏ ਗਏ ਨੇ ਤਾਂ ਕਿ ਇਹਨਾਂ ਨੂੰ ਸਮੇਂ ਸਿਰ ਰੋਕਿਆ ਜਾ ਸਕੇ। ਹਰ ਇੱਕ ਚੀਜ਼ ਨੂੰ ਰੋਕਣ ਦੇ ਯਤਨ ਨੇ। ਜਿੰਨੀਆਂ ਮਰਜ਼ੀ ਉਦਾਹਰਨਾਂ ਅਸੀਂ ਸਮਾਜ ਲਈ ਜਾਈਏ, ਸਾਰੇ ਸਮਾਜ ਦੇ ਵਿੱਚ ਜਿੰਨੀਆਂ ਚੀਜ਼ਾਂ ਜ਼ਿਆਦਾ ਭੱਜਣ ਦੇ ਵਿੱਚ ਸਮਰੱਥ ਨੇ, ਉਹਨਾਂ ਨੂੰ ਓਨਾ ਹੀ ਜ਼ਿਆਦਾ ਸਮਰੱਥ ਰੋਕਣ ਦੇ ਵਿੱਚ ਸਾਧਨ ਜੁਟਾਏ ਹੋਏ ਨੇ। ਇੱਕ ਸੈਂਕੜ ਦੇ ਵਿੱਚ ਬਿਜਲੀ ਕਰੋੜਾਂ ਮੀਲਾਂ ਦਾ ਸਫ਼ਰ ਤੈਅ ਕਰ ਜਾਂਦੀ ਹੈ। ਉਹਨੂੰ ਰੋਕਣ ਦੇ, ਉਹਨੂੰ ਬ੍ਰੇਕਾਂ ਲਾਉਣ ਦੇ ਯਤਨ ਓਨੇ ਹੀ ਜ਼ਿਆਦਾ ਨੇ, ਓਨੇ ਹੀ ਜ਼ਿਆਦਾ ਯਤਨ ਜੁਟਾਏ ਨੇ। ਸਾਰੀਆਂ ਚੀਜ਼ਾਂ ਨੂੰ ਰੋਕਣ ਦੇ ਯਤਨ ਜੁਟਾਏ ਹੋਏ ਨੇ ਮਨੁੱਖ ਨੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਵਿੱਤਰ ਗੁਰਬਾਣੀ ਜਿਹੜੀ ਇਸ ਦੁਨੀਆ ਦੇ ਵਿੱਚ ਸਭ ਤੋਂ ਤੇਜ਼ ਦੌੜਨ ਵਾਲੀ ਵਸਤੂ ਹੈ, ਉਹਨੂੰ ਰੋਕਣ ਦੀ ਸਮਰੱਥਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰੱਖਦੇ ਨੇ। ਉਹ ਕੀ ਹੈ? ਉਹ ਹੈ ਮਨੁੱਖ ਦਾ ਮਨ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਮਨੁੱਖ ਦਾ ਜਿਹੜਾ ਮਨ ਹੈ ਨਾ, ਨਿਮਖ ਮਾਹੇ 4 ਕੁੰਟ ਫਿਰ ਆਵੇ। ਇੱਕ ਨਿਮਖ ਇੱਕ ਪਲ ਦੇ ਵਿੱਚ ਇਹ 4 ਕੁੰਟਾਂ ਦਾ ਭਰਮਣ ਕਰਿਆ ਹੁੰਦਾ ਹੈ। ਸਭ ਤੋਂ ਤੇਜ਼ ਮਨੁੱਖ ਦਾ ਮਨ ਦੌੜਦਾ ਹੈ। ਇਹ ਸਰੀਰ ਨੂੰ ਕਿਸੇ ਜਗ੍ਹਾ ਤੇ ਹੋਰ ਬਿਠਾ ਦਿੰਦਾ ਹੈ ਤੇ ਆਪ ਇਹ ਕਿਸੇ ਜਗ੍ਹਾ ਤੇ ਹੋਰ ਦੌੜਦਾ ਫਿਰਦਾ ਰਹਿੰਦਾ ਹੈ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਪਹਿਲੇ ਮੰਨ ਗਏ ਸਨ ਕਾਜੀ ਨਾਲ, ਕਹਿੰਦੇ ਤੇਰੇ ਨਾਲ ਨਿਵਾਜ਼ਾਂ ਪੜ੍ਹਾਂਗੇ, ਪਰ ਜਦ ਪੜ੍ਹਨ ਲੱਗ ਗਿਆ ਤੇ ਰੁਕ ਗਏ। ਇਹ ਤੇ ਤੇਰਾ ਇਕੱਲਾ ਸਰੀਰ ਹੀ ਨਿਵਾਜ਼ਾਂ ਪੜ੍ਹ ਰਿਹਾ ਸੀ, ਤੇਰਾ ਮਨ ਕਿੱਥੇ ਸੀ? ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਨੇ। ਔਰ ਸਰੀਰ ਦੀ ਪਰਿਸਥਿਤੀ ਠੀਕ ਹੋਵੇ ਚਾਹੇ ਨਾ ਹੋਵੇ, ਪਰ ਮਨੁੱਖ ਦੇ ਮਨ ਦੀ ਪਰਿਸਥਿਤੀ ਠੀਕ ਹੋਣੀ ਜ਼ਰੂਰੀ ਹੈ। ਸਿੱਧਾ ਹਿਸਾਬ ਦੇ ਨਾਲ ਅਸੀਂ ਕਹਿ ਲਈਏ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਗੁਰਬਾਣੀ ਨੂੰ ਪੜ੍ਹਦੇ ਹਾਂ, ਸੁਣਦੇ ਹਾਂ, ਤਾਂ ਕਿ ਇਸ ਮਨ ਨੂੰ ਬ੍ਰੇਕਾਂ ਲੱਗ ਜਾਣ। ਇਹ ਰੁਕੇ, ਇਹ ਤੇ ਰੁਕਦਾ ਹੀ ਨਹੀਂ ਹੈ, ਰੁਕਦਾ ਹੀ ਨਹੀਂ। ਇੰਨਾ ਤੇਜ਼ ਦੌੜਦਾ ਹੈ। ਹੁਣ ਜਿਹੜਾ ਘੋੜਾ ਦੌੜਦਾ ਹੈ ਉਹਨੂੰ ਰੋਕਣ ਦੇ ਤੇ ਓਨੇ ਕੁ ਯਤਨ ਕਰਨੇ ਪੈਂਦੇ ਨੇ। ਗਧਾ ਦੌੜਦਾ ਉਹਨੂੰ ਰੋਕਣ ਦੇ ਓਨੇ ਯਤਨ ਕਰਨੇ ਪੈਣਗੇ। ਹਾਥੀ ਦੌੜਦਾ ਹੈ ਉਹਨੂੰ ਰੋਕਣ ਦੇ ਓਨੇ ਕੁ ਯਤਨ ਕਰਨੇ ਪੈਣੇ ਨੇ। ਜਿੰਨਾ ਤੇਜ਼ ਜਾਨਵਰ, ਚੌਪਾਏ ਜਾਨਵਰ ਜੋ ਦੌੜਦੇ ਨੇ, ਉਹਨਾਂ ਨੂੰ ਰੋਕਣ ਦੇ ਓਨੇ ਹੀ ਸਾਧਨ ਜ਼ਿਆਦਾ ਜੁਟਾਏ ਜਾਂਦੇ ਨੇ।
ਤੇ ਮਨੁੱਖ ਦਾ ਜਿਹੜਾ ਮਨ ਹੈ ਇਹ ਇੱਕ ਨਿਮਖ ਦੇ ਵਿੱਚ ਪਤਾ ਹੀ ਨਹੀਂ ਕਿੰਨਾ ਕੁ ਸਫ਼ਰ ਤੈਅ ਕਰ ਦਿੰਦਾ ਹੈ। ਤੋ ਇੰਨੀ ਤੇਜ਼ ਦੌੜਨ ਵਾਲੇ ਮਨ ਨੂੰ, ਇੰਨੀ ਤੇਜ਼ ਦੌੜਨ ਵਾਲੇ ਮਨ ਨੂੰ ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਗੁਰਬਾਣੀ ਰੁਕ ਸਕਦੀ ਹੈ। ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੇ ਇਹ ਯਤਨ ਜੁਟਾਏ ਨੇ। ਕਹਿੰਦੇ ਤੇਰੇ ਸਰੀਰ ਦੀ ਪਰਿਸਥਿਤੀ ਠੀਕ ਹੋਵੇ ਨਾ ਹੋਵੇ ਕੋਈ ਗੱਲ ਨਹੀਂ ਹੈ, ਪਰ ਮਨ ਦੀ ਪਰਿਸਥਿਤੀ ਜਿਹੜੀ ਹੈ ਉਹ ਠੀਕ ਹੋਣੀ ਲਾਜ਼ਮੀ ਹੈ। ਤੇ ਜਿਹੜਾ ਜਿਸ ਮਨੁੱਖ ਦਾ ਮਨ ਗੁਰੂ ਦੇ ਸ਼ਬਦ ਨੂੰ ਸੁਣ ਕੇ, ਗੁਰੂ ਦੇ ਸ਼ਬਦ ਨੂੰ ਸੁਣਨ ਵਾਸਤੇ ਟਿਕਾਓ ਦੇ ਵਿੱਚ ਆ ਗਿਆ, ਐਸੇ ਮਨੁੱਖ ਨੂੰ ਕਿਸੇ ਤੋਂ ਪੁੱਛਣਾ ਹੀ ਨਹੀਂ ਪੈਂਦਾ ਕਿ ਮੇਰੇ ਭਾਗਾਂ ਵਾਲੇ ਦਿਨ ਕਿਸ ਦਿਨ ਹੋਣੇ ਨੇ। ਜਿਹਦਾ ਮਨ ਟਿਕ ਜਾਵੇ, ਭਾਗ ਜਾਗੇ ਕਿ ਇਹ ਨਿਸ਼ਾਨੀ ਮਿੱਠੀ ਲਾਗੈ ਗੁਰ ਕੀ ਬਾਣੀ, ਐਸੇ ਮਨੁੱਖ ਨੂੰ ਸਤਿਗੁਰਾਂ ਦੀ ਗੁਰਬਾਣੀ ਇੰਨੀ ਮਿੱਠੀ ਲੱਗਣ ਲੱਗ ਜਾਂਦੀ ਹੈ, ਇੰਨੀ ਮਿਠਾਸ ਭਰੀ ਗੁਰਬਾਣੀ ਲੱਗਣ ਲੱਗ ਜਾਂਦੀ ਹੈ, ਉਹ ਮਨੁੱਖ ਨੂੰ ਪਤਾ ਵੀ ਨਹੀਂ ਲੱਗਦਾ ਕਿ ਮੇਰੇ 4 ਘੰਟੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੋਲ ਕਦੋਂ ਲੰਘ ਗਏ ਨੇ, ਪਤਾ ਹੀ ਨਹੀਂ ਲੱਗਦਾ। ਤੇ ਜੇ ਮਨ ਟਿਕਾਓ ਦੇ ਵਿੱਚ ਨਹੀਂ ਆ ਰਿਹਾ, ਮਨ ਬਿਲਕੁਲ ਤੇਜ਼ ਦੌੜਦਾ ਹੈ, ਤਾਂ ਫਿਰ ਇਹ ਤੇਜ਼ ਦੌੜਦਾ ਦੌੜਦਾ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਕੋਲ ਬੈਠਾ ਨਜ਼ਰ ਮਾਰੀ ਜਾਂਦਾ ਹੈ ਕਿ ਕਦ ਸਮਾਪਤੀ ਹੋਵੇ ਤੇ ਕਦ ਆਪਣੇ ਵਾਪਸ ਘਰ ਨੂੰ ਜਾਈਏ। ਦੌੜਦਾ ਹੈ, ਬੜਾ ਤੇਜ਼ ਦੌੜਦਾ ਹੈ। ਤੋ ਜਿਹੜੀ ਬੜਾ ਤੇਜ਼ ਦੌੜਨ ਵਾਲਾ ਮਨੁੱਖ ਦਾ ਮਨ ਹੈ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਕਿਹਾ ਕਿ ਸਾਰੀ ਦੀ ਸਾਰੀ ਪਵਿੱਤਰ ਗੁਰਬਾਣੀ ਤੇਰੇ ਇੰਨੇ ਤੇਜ਼ ਧਾਰ ਦੌੜਦੇ ਹੋਏ ਮਨ ਨੂੰ ਰੋਕਣ ਵਾਸਤੇ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਇਹ ਸਭ ਕੁਝ ਤੈਨੂੰ ਸੌਂਪਿਆ ਹੈ, ਤਾਂ ਕਿ ਆਪਣੇ ਮਨ ਨੂੰ ਰੋਕ ਸਕੇ। ਤੇ ਜੇ ਮਨ ਹੀ ਨਹੀਂ ਰੁਕਿਆ, ਮਨ ਦੀ ਤ੍ਰਿਸ਼ਨਾ ਆਪਣੇ ਘਰ ਦੇ ਵਿੱਚ ਜ਼ਿਆਦਾ ਸੀ, ਪਰਮਾਤਮਾ ਦੇ ਘਰ ਦੇ ਵਿੱਚ ਹੋਰ ਵੱਧ ਗਈ ਹੈ। ਜੇ ਮਨ ਰੁਕੇ ਹੀ ਨਹੀਂ, ਜੇ ਰੁਕਿਆ ਹੀ ਨਹੀਂ ਤਾਂ ਸਮਝ ਲੈਣਾ ਕਿ ਜੇ ਹਜੇ ਮਨ ਨਹੀਂ ਰੁਕਿਆ ਤਾਂ ਪਰਮਾਤਮਾ ਦੇ ਘਰ ਦੇ ਵਿੱਚ ਇਹ ਸਰੀਰ ਨੂੰ ਬਹੁਤਾ ਟਾਈਮ ਬੈਠਣ ਨਹੀਂ ਦੇਵੇਗਾ, ਬਹੁਤਾ ਟਾਈਮ ਇਹ ਸਰੀਰ ਨੂੰ ਬੈਠਣ ਨਹੀਂ ਦੇਵੇਗਾ। ਭਾਵੇਂ ਹਜ਼ਾਰਾਂ ਸਰੀਰ ਇਹਦੇ ਕੋਲ ਬੈਠੇ ਹੋਣ, ਪਰ ਫਿਰ ਵੀ ਇਹ ਮਨ ਮਨੁੱਖ ਦੇ ਸਰੀਰ ਦੇ ਹਾਵ ਭਾਵ ਬਦਲ ਕੇ ਰੱਖ ਦਿੰਦਾ ਹੈ। ਅਕਸਰ ਹਜ਼ਾਰਾਂ ਸਰੀਰਾਂ ਦੇ ਵਿੱਚੋਂ ਹੀ ਪਤਾ ਲੱਗ ਜਾਂਦਾ ਹੈ ਕਿ ਕਿਹੜੇ ਮਨੁੱਖ ਨੂੰ ਜ਼ਿਆਦਾ ਤੇਜ਼ ਦੌੜਨ ਦੀ ਆਦਤ ਪੈ ਗਈ ਹੈ, ਜਿਹਨੇ ਹੁਣ ਸਫ਼ਰ ਤੈਅ ਕਰਨਾ ਤੇ ਹੁਣ ਬੈਠਾ ਕਿ ਮੈਂ ਜਲਦੀ ਜਾਵਾਂ। ਬੜੀਆਂ ਤੇਜ਼ ਦੌੜਨ ਵਾਲੀਆਂ ਚੌਪਾਏ ਜਾਨਵਰ ਨੇ, ਪੰਛੀ ਨੇ, ਹੋਰ ਬੜੇ ਸਾਧਨ ਨੇ ਸਮਾਜ ਦੇ ਵਿੱਚ, ਪਰ ਸਭ ਤੋਂ ਤੇਜ਼ ਦੌੜਨ ਵਾਲਾ ਮਨੁੱਖ ਦਾ ਮਨ ਹੈ। ਇਹ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਨਿਮਖ ਮਾਹੇ 4 ਕੁੰਟ ਫਿਰ ਆਵੇ। ਇੰਨਾ ਸਫ਼ਰ ਤੈਅ ਕਰ ਦਿੰਦਾ ਇੱਕ ਨਿਮਖ ਵਿੱਚ 4 ਕੁੰਟਾਂ ਦਾ। ਅਗਰਵਾਈਜ਼ ਜੇ ਇਹ ਮਨ ਗੁਰੂ ਦੇ ਸ਼ਬਦ ਦੇ ਨਾਲ ਜੁੜ ਜਾਵੇ, ਰੁਕ ਜਾਵੇ, ਇਸ ਦੇ ਬ੍ਰੇਕਾਂ ਲਾਉਣੀਆਂ ਲਾਜ਼ਮੀ ਨੇ। ਜਿਹੜੇ ਕੋਈ ਆਪਣੇ ਜੀਵਨ ਕਾਲ ਦੇ ਅੰਦਰ ਇਹਦੇ ਬ੍ਰੇਕਾਂ ਨਹੀਂ ਨਾ ਲਾ ਸਕੇ, ਤੇ ਐਸੇ ਮਨ ਤੇ ਫਿਰ ਜਿਹੜੇ ਗੁਨਾਹ ਨੇ ਸਾਰੇ ਦੇ ਸਾਰੇ ਅਸਵਾਰੀਆਂ ਕਰਦੇ ਨੇ। ਐਸਾ ਮਨ ਤੇ ਚਾਹੁੰਦਾ ਹੈ ਕਿ ਜਦੋਂ ਵੀ ਇਹ ਭੱਜਦਾ ਹੈ, ਦੌੜਦਾ ਹੈ, ਬੜਾ ਤੇਜ਼ ਧਾਰ ਦੌੜਦਾ ਹੈ, ਫਿਰ ਅਕਸਰ ਇਹ ਟੋਇਆਂ ਦੇ ਵਿੱਚ ਡਿੱਗਦਾ ਹੈ। ਤੋ ਇਹ ਚਾਹੁੰਦਾ ਹੈ ਕਿ ਜੇ ਮੇਰੇ ਰਸਤੇ ਦੇ ਵਿੱਚ ਹੁਣ ਟੋਆ ਆ ਗਿਆ ਤੇ ਚਲੋ ਹੁਣ ਮੈਂ ਡਿੱਗ ਪਵਾਂ। ਰਸਤੇ ਦੇ ਵਿੱਚ ਟੋਆ ਆਇਆ ਤੇ ਡਿੱਗ ਪਿਆ। ਰਸਤੇ ਦੇ ਵਿੱਚ ਟੋਆ ਕੀ ਹੈ? ਗੁਨਾਹ ਨੇ। ਟੋਆ ਆਇਆ, ਡਿੱਗ ਪਿਆ, ਗੁਨਾਹ ਕਿਤੋਂ ਮਿਲੇ? ਸ਼ਰਵਣਾਂ ਨੂੰ ਕੁਝ ਸੁਣਨ ਵਾਸਤੇ ਮਿਲ ਗਿਆ, ਮਨੁੱਖ ਉੱਥੇ ਰੁਕ ਜਾਂਦਾ ਹੈ। ਮਨ ਉੱਥੇ ਬਿਲਕੁਲ ਸ਼ਾਂਤ ਹੋ ਕੇ ਬੈਠਾ ਰਹਿੰਦਾ ਹੈ, ਬਿਲਕੁਲ ਸ਼ਾਂਤ।
कोई तेज धरार नहीं दौड़दा, कोई इहदे शरीर के हाव भाव नहीं बदलते, बिल्कुल शांत होकर उत्थे बैठा रहिंदा है जिथे टोआ है, क्योंकि टोए दे विच डिग पिया। बड़ा दौड़दा है, अखी देखण रजियां बहुरंग तमाशे, दुनिया दे रंग तमाशे देखण नूं मिल गए ते अक्सर मनुख दा मन उत्थे रुक जांदा है। टोआ आया, डिग पिया। कुछ खाण वास्ते मिले है किसी जगह तो, कुछ पहनण वास्ते मिले है किसी जगह तो, जो कुछ इहदे मन नूं चाहीदा है जिथे भी वो मिलता है अक्सर इहदा मन उत्थे डिग पैंदा है। तो टोयां दे विच वार-वार डिगदा है। एक बंदा एक बारी टोए विच डिगे, शायद कोई 10 फुट की उचाई तो कोई डिग्या, माड़ी मोटी सट वज जाए, ठीक हो जाए। कोई 20-25 फुट की उचाई तो बंदा डिग्या होवे, थोड़ियां सट्टां वज जाणियां, 6 महीने साल विच ठीक हो जाऊगा। पर जे कोई मनुख 100 फुट की उचाई तो डिग पे, ऐसे मनुख का तो बचना मुश्किल है, मुश्किल है, नहीं बचेगा। वारी वारी जो डिग रहा है, जिसका मन वारी वारी डिग रहा है, जिथे टोआ आउंदा उत्थे ही डिग पैंदा है, जिथे इनू मिलिया कुछ सुनन वास्ते उत्थे ही डिग पिया, रुक गया। देखण वास्ते मिलिया उत्थे ही डिग पिया, रुक गया। धन की प्राप्ति वास्ते लंबे टाइम तो भज्या, जिथे धन मिलिया उत्थे ही डिग पिया, मन उत्थे ही डोल गया, उत्थे ही बैठ गया। ये सब दे सब जिंदगी नूं डोबण वास्ते टोए बने हुए हैं। आप जी जद अमृत वेले दियां गुरसिखां दी रसना तो नितनेम सरवण करते हैं ना, गुरु अमरदास साहिब जी महाराज का आनंद साहिब का पाठ, रामकली महला तीजा आनंद, इस दे विच आप जी सुनते होवोगे कि कल्ले कल्ली गल गुरु अमरदास साहिब जी महाराज ने की है, ए श्रवण हो मेरियो साचै सुननै नो पठाए। ये श्रवणा ते सारा शब्द उच्चारण किया। ए नेत्रो मेरियो हर तो मैं जोत रखी, तां तू जग में आया नेत्रां ते भी है। ए रसना तू अणरस राच रही, तेरी प्यास ना जाए, रसना ते भी है। तो जिन्ना मन जिसदा है, ਜਿਹੜੀਆਂ ਵਸਤੂਆਂ ਦੇ ਮਗਰ ਲੱਗ ਕੇ ਬੜਾ ਤੇਜ਼ ਧਰਾਰ ਦੌੜਦਾ ਹੈ, ਤੇ ਐਸਾ ਤੇਜ਼ ਧਰਾਰ ਦੌੜਦਾ ਇਹ ਡਿੱਗਦਾ ਹੈ, ਡੋਲਦਾ ਹੈ। ਤੇ ਜਦ ਇਹ ਡਿੱਗਦਾ ਹੈ, ਡੋਲਦਾ ਹੈ, ਅਕਸਰ ਗੁਨਾਹਾਂ ਤੇ ਡੋਲ ਜਾਂਦਾ ਹੈ, ਡਿੱਗ ਜਾਂਦਾ ਹੈ, ਤੇ ਗੁਨਾਹ ਇਸ ਤੇ ਅਸਵਾਰੀ ਕਰਦੇ ਨੇ, ਬੜੇ ਸੁਚੱਜੇ ਢੰਗ ਦੇ ਨਾਲ ਅਸਵਾਰੀ ਕਰਦੇ ਨੇ। ਗੁਨਾਹ ਕਦੇ ਬਾਹਰੋਂ ਥੋੜੋ ਲੈ ਕੇ ਆਉਣੇ ਪੈਂਦੇ ਨੇ, गुनाह किसी शहर बाजार तो नहीं खरीदने पैंदे, गुनाह तो मनुख के अंदरों ही पैदा होंदे रहिंदे ने, अंदरों ही पैदा होंदे रहिंदे ने। ते अंदरों गुनाह पैदा ना होवन, सतगुरु महाराज जी कहंदे इस मन नूं नाम दा होड़ा दे के रोक लै, इनू रोक। जदों इनू रोक लिया तो फिर जिहड़ी तेरी जिंदगी है इहदे विच गुनाह कदे पैदा नहीं होणगे। वरना जे एक गुनाह भी पैदा हो गया ना, एक भी, धरती दे विच एक बीज अज सुट दिओ, वो किसी दिन पुंगरेगा, बूटा बनेगा, फुल भी लगणगे, उहनूं फल भी लगणगे। जिसने एक गुनाह कर लिया, बीज एक गुनाहां दा बीज लिया, अक्सर वो मनुख सारी जिंदगी गुनाहां दे नाल उहदी एक दिन भर जाएगी, सारी जिंदगी भर जाएगी। गुरु साहिब जी महाराज ते फिर वो बीज बीजण तो पहला गुरु ग्रंथ साहिब जी महाराज जी की गुरबाणी रोकती है कि ऐ बंदे, जिमें तू चौपाए जानवरां नूं, मोटर गड्डियां नूं,
ਹਵਾਈ ਜਹਾਜ਼ਾਂ ਨੂੰ ਬ੍ਰੇਕਾਂ ਲਾ ਲਾ ਕੇ ਰੋਕਣ ਦੇ। ਜਿੱਥੇ ਉਹ ਤੇਜ਼ ਧਰਾਰ ਦੌੜਦੇ ਨੇ ਉਹਨਾਂ ਦਾ ਦੌੜਨਾ ਵੀ ਜਾਇਜ਼ ਹੈ, ਪਰ ਉਹਨਾਂ ਨੂੰ ਰੋਕਣਾ ਵੀ ਪਵੇਗਾ। ਜੇ ਰੋਕਣਾ ਨਹੀਂ ਹੈ, ਜੇ ਉਹਨਾਂ ਦੇ ਬ੍ਰੇਕਾਂ ਨਹੀਂ ਹੈ, ਤਾਂ ਐਸੀਆਂ ਗੱਡੀਆਂ ਕਿਸ ਕੰਮ ਦੀਆਂ? ਕੌਡੀਆਂ ਦੇ ਭਾਅ ਵੀ ਕੋਈ ਨਹੀਂ ਲੈਂਦਾ। ਜਿਹੜਾ ਤੇਰਾ ਮਨ ਬਹੁਤ ਤੇਜ਼ ਧਰਾਰ ਦੌੜ ਰਿਹਾ ਹੈ, ਇਹਦੇ ਬ੍ਰੇਕਾਂ ਲਾਉਣੀਆਂ ਲਾਜ਼ਮੀ ਨੇ। ਤੇ ਇਹ ਬ੍ਰੇਕਾਂ ਲਾਉਣ ਦਾ ਕੰਮ ਗੁਰਸਿੱਖ ਨੂੰ ਸਤਿਗੁਰੂ ਮਹਾਰਾਜ ਜੀਆਂ ਨੇ 2 ਟਾਈਮ ਦਾ ਬਖਸ਼ਿਸ਼ ਕੀਤਾ ਹੈ। ਨਿਤਨੇਮ, ਨਿਤ ਦਾ ਨੇਮ, ਕਿ ਇਹ ਨਿਤ ਦਾ ਨੇਮ ਹੈ ਜਿਹੜਾ, ਇਹ ਤੇ ਤੂੰ ਕਰਨਾ ਹੀ ਕਰਨਾ ਹੈ, ਤਾਂ ਕਿ ਜਿਹੜਾ ਤੇਰਾ ਇਹ ਮਨ ਹੈ ਇਹ ਬਹੁਤਾ ਜਿੰਨਾ ਤੇਜ਼ ਦੌੜਦਾ ਹੈ, ਟੋਇਆਂ ਦੇ ਵਿੱਚ ਡਿੱਗਦਾ ਹੈ, ਇਹ ਬਹੁਤਾ ਦੌੜੇ ਨਾ, ਚੱਲੇ ਜ਼ਰੂਰ ਪਰ ਬਹੁਤਾ ਦੌੜ ਕੇ ਟੋਇਆਂ ਦੇ ਵਿੱਚ ਨਾ ਡਿੱਗੇ। ਸਤਿਗੁਰੂ ਮਹਾਰਾਜ ਜੀ ਕਹਿੰਦੇ ਸਾਰਾ ਦਿਨ ਤੇਰਾ ਮਨ ਟੋਇਆਂ ਦੇ ਵਿੱਚ ਨਾ ਡਿੱਗੇ, ਇਸ ਕਰਕੇ ਤੂੰ ਅੰਮ੍ਰਿਤ ਵੇਲੇ 5 ਬਾਣੀਆਂ ਦਾ ਨਿਤਨੇਮ ਕਰਿਆ ਕਰ। ਰਾਤ ਨੂੰ ਜਦ ਤੇਰਾ ਸਰੀਰ ਸੌਂਦਾ ਹੈ, ਮਨ ਸੁਪਨਿਆਂ ਦੀ ਦੁਨੀਆ ਰਚ ਲੈਂਦਾ ਹੈ। ਸੁਪਨਿਆਂ ਦੀ ਦੁਨੀਆ ਦੇ ਵਿੱਚ ਬਹੁਤਾ ਲੰਮਾ ਟਾਈਮ ਇਹ ਦੌੜਦਾ ਦੌੜਦਾ ਡਿੱਗ ਨਾ ਪਵੇ, ਇਸ ਕਰਕੇ ਤੂੰ ਰਹਿਰਾਸ ਸਾਹਿਬ ਦਾ ਪਾਠ ਕਰਿਆ ਕਰ। ਜੇ ਮਨ ਦੇ ਬ੍ਰੇਕਾਂ ਲੱਗ ਗਈਆਂ, ਜੇ ਮਨ ਦੇ ਬ੍ਰੇਕਾਂ ਲੱਗ ਗਈਆਂ, ਫਿਰ ਤੇ ਇਹ ਕਰਮ ਐਸਾ ਹੋ ਜਾਊਗਾ ਕਿ ਆਪਣੇ ਘਰ ਦੇ ਵਿੱਚ ਪਿਆ ਹੋਇਆ 100 ਰੁਪਏ ਦਾ ਨੋਟ ਮਨੁੱਖ ਨੂੰ ਲੱਖ ਰੁਪਏ ਦੇ ਬਰਾਬਰ ਲੱਗੇਗਾ। ਅਗਰਵਾਈਜ਼ ਜੇ ਕਿਸੇ ਮਨੁੱਖ ਦੇ ਮਨ ਨੂੰ ਬ੍ਰੇਕਾਂ ਨਹੀਂ ਲੱਗੀਆਂ ਤੇ ਆਪਣੇ ਘਰ ਦੇ ਵਿੱਚ 1 ਕਰੋੜ ਰੁਪਈਆ ਪਿਆ ਵੀ 100 ਰੁਪਏ ਦੇ ਬਰਾਬਰ ਲੱਗੂਗਾ। ਇਤਨਾ ਫਰਕ ਹੈ ਮਨ ਦੇ ਬ੍ਰੇਕਾਂ। ਪਰ ਮਨ ਦੇ ਬ੍ਰੇਕਾਂ ਲੱਗਦੀਆਂ ਕਿੱਥੇ ਨੇ? ਕਦੇ ਕੋਈ ਪਰਮਾਤਮਾ ਦੇ ਘਰ ਦੇ ਵਿੱਚ ਮਨ ਦੇ ਬ੍ਰੇਕਾਂ ਲਾਉਣ ਵਾਸਤੇ ਆਉਂਦੇ ਨੇ, ਇਹ ਤੇ ਮਨ ਨੂੰ ਹੋਰ ਤੇਜ਼ ਲਾਉਂਦੇ ਨੇ, ਹੋਰ ਚੱਲੇ ਮਨ, ਹੋਰ ਤੇਜ਼ ਦੌੜੇ। ਮਾਫ ਕਰਨਾ, ਪਰਮਾਤਮਾ ਦੇ ਘਰ ਦੇ ਵਿੱਚ ਦੁਨੀਆ ਬਹੁਤਾ ਐਸਾ ਨਹੀਂ ਆਉਂਦੀ ਕਿ ਮਨ ਨੂੰ ਬ੍ਰੇਕਾਂ ਲੱਗ ਜਾਣ। ਬਹੁਤੇ ਪਰਮਾਤਮਾ ਦਾ ਨਾਮ ਇਸ ਕਰਕੇ ਧਿਆਉਂਦੇ ਨੇ ਕਿ ਦੁਨੀਆ ਸਾਡੀ ਸਿਫਤ ਸਲਾਘਾ ਕਰੇ ਤੇ ਅਸੀਂ ਉੱਚੇ ਜਾਈਏ, ਦੁਨੀਆ ਦੇ ਵਿੱਚ ਸਾਡਾ ਨਾਮ ਚਮਕੇ। ਵੀ ਦੁਨੀਆ ਕਹੇ ਬਈ ਬਹੁਤ ਸਿਆਣਪ ਰੱਖਣ ਵਾਲਾ ਮਨੁੱਖ ਹੈ, ਇਹ ਤੇ ਪਰਮਾਤਮਾ ਦਾ ਨਾਮ ਧਿਆਉਂਦਾ ਹੈ। ਠੀਕ ਹੈ, ਸਿਆਣਪ ਰੱਖਣੀ ਹੈ, ਪਰਮਾਤਮਾ ਦਾ ਨਾਮ ਧਿਆਉਣਾ ਹੈ, ਪਰ ਕਦੀ ਪਰਮਾਤਮਾ ਜਿਸ ਦਾ ਨਾਮ ਧਿਆ ਰਿਹਾ ਹੈ ਉਸ ਪਰਮਾਤਮਾ ਨੂੰ ਪੁੱਛ ਕੇ ਤੇ ਦੇਖ ਕੇ ਪਰਮਾਤਮਾ ਤੇਰੇ ਇਹਨਾਂ ਬੋਲਾਂ ਦੇ ਵਿੱਚ ਤੂੰ ਮੈਨੂੰ ਸਮਝਾਉਣ ਦੇ ਕੀ ਯਤਨ ਕਰਦਾ। ਪਰਮਾਤਮਾ ਤੋਂ ਤੇ ਪੁੱਛ। ਪਰਮਾਤਮਾ ਰੋਕਦੇ ਨੇ ਮਨੁੱਖ ਦੇ ਮਨ ਨੂੰ ਜਿੰਨਾ ਤੇਜ਼ ਧਰਾਰ ਦੌੜਦਾ ਹੈ। ਕਿਹੜਾ ਐਸਾ ਗੁਰਮੁਖ ਹੈ ਜਿਹੜੇ ਸਦਾ ਬਾਣੀ ਪੜ੍ਹਦਿਆਂ ਹੋਇਆਂ, ਬਾਣੀ ਸੁਣਦਿਆਂ ਹੋਇਆਂ ਜਿਹਦਾ ਮਨ ਰੁਕ ਗਿਆ ਹੋਵੇ? ਕਦੇ ਮਨ ਰੁਕਦਾ? ਘਰ ਦੇ ਵਿੱਚ ਬੈਠਾ ਤੇ ਮਨੁੱਖ ਸ਼ਾਇਦ ਉਸ ਦਾ ਮਨ ਰੁਕਿਆ ਪਿਆ ਹੋਵੇ ਕਿ ਪਰਮਾਤਮਾ ਦੇ ਘਰ ਦੇ ਵਿੱਚੋਂ ਆਵਾਜ਼ ਆਈ ਜਾਂਦੀ ਹੈ, ਸੁਣੀ ਜਾਈਏ। ਤੇ ਪਰਮਾਤਮਾ ਦੇ ਘਰ ਦੇ ਵਿੱਚ ਸ਼ਾਇਦ ਕੋਈ ਐਸਾ ਸਰੀਰ ਬੈਠਾ ਹੋਵੇ ਜਿਹੜਾ ਕਹਿ ਰਿਹਾ ਹੋਵੇ ਕਿ ਹੁਣ ਇਹ ਛੇਤੀ ਸਮਾਪਤੀ ਕਿਉਂ ਨਹੀਂ ਕਰਦੇ, ਜਲਦੀ ਘਰਾਂ ਦੇ ਵੀ ਕੰਮ ਧੰਦੇ ਨਿਪਟੇਣਗੇ। ਐਸਾ ਤੇ ਕੁਦਰਤ ਦੇ ਨਿਯਮਾਂ ਦੇ ਵਿੱਚ ਹੈ, ਕਿਉਂਕਿ ਕਿਸੇ ਦਾ ਮਨ ਤੇਜ਼ ਧਰਾਰ ਦੌੜਦਾ ਹੈ, ਸਰੀਰ ਬਹੁਤ ਦੂਰ ਹੈ ਤੇ ਮਨ ਪਰਮਾਤਮਾ ਦੇ ਘਰ ਦੀ ਆਵਾਜ਼ ਸੁਣ ਲੈਂਦਾ ਹੈ, ਤੇਜ਼ ਜੋ ਦੌੜਦਾ ਹੈ, ਤੇਜ਼ ਜੋ ਦੌੜਦਾ ਹੈ। ਤੇ ਪਰਮਾਤਮਾ ਦੇ ਘਰ ਦੇ ਵਿੱਚ ਜਿਸ ਦਾ ਸਰੀਰ ਬੈਠਾ ਹੈ ਉਸ ਦਾ ਮਨ ਇੰਨਾ ਤੇਜ਼ ਦੌੜ ਰਿਹਾ ਹੈ, ਇੰਨਾ ਤੇਜ਼ ਦੌੜ ਰਿਹਾ ਹੈ ਕਿ ਉਹ ਸੰਗਤ ਦੀਆਂ ਘੜੀਆਂ ਵੀ ਪਲ ਪਲ ਤੇ ਗਿਣ ਰਿਹਾ ਵੀ ਕਦ ਸੰਗਤ ਦੀ ਸਮਾਪਤੀ ਹੋਵੇ ਤੇ ਕਦ ਆਪਣੇ ਘਰ ਜਾਈਏ। ਐਸਾ ਵੀ ਹੋ ਜਾਂਦਾ ਹੈ ਕਿਉਂਕਿ ਮਨ ਹਮੇਸ਼ਾ ਤੇਜ਼ ਦੌੜਦਾ ਹੈ। ਤੇ ਜੇ ਮਨ ਬਹੁਤ ਤੇਜ਼ ਦੌੜਦਾ ਹੈ ਤੇ ਜਿਹੜਾ ਮਨੁੱਖ ਸੰਗਤ ਵਿੱਚ ਨਹੀਂ ਆਇਆ ਉਹਦਾ ਮਨ ਤੇਜ਼ ਦੌੜ ਕੇ ਪਰਮਾਤਮਾ ਦੇ ਘਰ ਦੇ ਨਾਮ ਦੀ ਆਵਾਜ਼ ਸੁਣ ਵੀ ਲੈਂਦਾ। ਗੱਲਾਂ ਦੋਨੇ ਬਰਾਬਰ ਨੇ। ਤੇ ਇਸ ਮਨ ਨੂੰ ਰੋਕਣ ਵਾਸਤੇ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੇ, ਜਦੋਂ ਅਸੀਂ ਪੂਰਨ ਧਿਆਨ ਦੇ ਨਾਲ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਨੂੰ ਪੜ੍ਹਦੇ ਹਾਂ ਜਾਂ ਸੁਣਦੇ ਹਾਂ, ਉਹਦੇ ਵਿੱਚ ਇਹ ਸਾਰਾ ਮਨ ਨੂੰ ਰੋਕਣ ਵਾਸਤੇ ਸਤਿਗੁਰੂ ਮਹਾਰਾਜ ਜੀਆਂ ਨੇ ਯਤਨ ਕੀਤੇ ਨੇ।
शरीर नूं रोकना कोई बहुती वड्डी गल नहीं है, शरीर रुक जाता है। दिन नूं भज दौड़े बाहर अंदर करता रहिंदा है, शाम नूं आके घरे रुक जाता है। शरीर का रुकना, वैसे भी शरीर काम धंधे करदिआं कोई मनुख थक जाता है, अपने खेत दे विच भी सौ जाता है, शरीर तो रुक जाता है। शरीर नूं रोकण दे अनेकां साधन मनुख नूं बहुते जटाउणे नहीं पैंदे, थक के भी रुक जाता है, काम धंधे करके वापस फिर अपने घर दे विच आ जाता है। मन नूं रोकण वास्ते सतगुरु महाराज जी की पवित्र गुरबाणी का सहारा लेना पैंदा है। ते जे मन रुक गया तो फिर समझ लेना कि सब कुछ रुक गया। पर जे मन ही नहीं रुकिया, वारी वारी खड्डियां दे विच डिगदा है, वारी वारी बड़ा तेज दौड़दा है, वारी वारी डिग रहा है, तो जिमें जिमें ये डिगदा जाता है उवें उवें इसके गुनाह जिहड़े ने वो दिनों दिन वधदे तुरे जाते हैं। एक बंदे ने एक चोरी कर ली, पकड़िया गया, 2-4 महीने जेल दे विच रहा, फिर कर ली आके, फिर पकड़िया गया, 5-7 महीने फिर जेल दे विच रहा, फिर चोरी कर ली, फिर पकड़िया गया। तो वह जिहड़ा सी चोरी करनी, जेल जाना, उतों वापस आना, वो वास्ते एक आम गल बन गई है, आम गल बन गई उस वास्ते तो कुछ भी नहीं रहा, आम उस वास्ते गल बन गई है। सतगुरु महाराज जी की जिहड़ी पवित्र गुरबाणी नूं असीं पढ़दे सुनदे, वो कहंदे ने कि गुनाह करन तो मनुख नूं पहलां रोकना। सियाणे माँ बाप उसे नूं मन्निया गया जिहड़े माँ बाप अपने पुत्र नूं गुनाह करन तो पहलां रोक लैण। जद गुनाह कर लिया फिर तो जेल खाने दे विच जाना ही पवेगा। तो गुरु ग्रंथ साहिब जी महाराज जी की जिहड़ी गुरबाणी है, जिहड़ा निमख माहे 4 कुंट फिरिया है, मनुख दा मन एक निमख, एक पल, एक सैकड़ दे विच 4 कुंटां दा भरमण कर दिंदा है। इन्ना तेज धरार दौड़दा है, उहनूं रोकण वास्ते सतगुरु महाराज जी ने साहिब श्री गुरु ग्रंथ साहिब जी महाराज जी की 1430 अंग गुरु ग्रंथ साहिब जी महाराज जी के मनुख नूं मन नूं रोकण वास्ते अकाल पुरख दे बोल मनुखता वास्ते सतगुरां ने बख्शे ने कि तुसीं इन्हां नूं पढ़ो, सुनो, जतन करो ताकि जिहड़ा तुहाडा मन है ये रुक जाए। गुरु साहिब जी महाराज जी कृपा करन, जिन्हां दे मन रुके ने उन्हां दी अवस्था इस दुनिया तो बहुत उच्ची चली गई है। जिन्हां दा मन नहीं रुकिया, मन तो फिर वो तो 80-90 साल तक भी जे जिंदगी हो जाती है, फिर भी भजदे ने भी आ भी काम धंधा कर लईए, इहदे नाल भी सानूं धन आ जाऊगा, इहदे नाल भी साडे घरे बहुत वड्डियां बरकतां आ जाणियां। वो तो फिर इहो जिहा कर्म करदे ने। काम करना, अपनी किरत कमाई करनी एक चंगी गल है, बहुत वधिया गल है, पर बहुते लालची होके बड़ा भज नठ करनी ये कर्म चंगे नहीं है। गुरु साहिब जी महाराज कृपा करन तो ये मन की अवस्था जिहड़ी है, जिन्ने चौपाए जानवर ने, पशु ने, पंछी ने, मोटर गड्डियां, कारां, हवाई जहाज़, ट्रेनां, जो कुछ भी है, इन्हां नूं जिथे ये बहुत भजदे ने उत्थे इन्हां सारियां दे ब्रेकां भी लगियां ने। तो जिथे मनुख बहुत भजदा है उत्थे इहदे मन नूं ब्रेकां गुरु ग्रंथ साहिब जी महाराज जी दे बचन लाउंदे ने। अदरवाइज जे कोई गुरु ग्रंथ साहिब महाराज जी दे बचन नूं मन लवे ते गुरु साहिब जी महाराज कृपा करन। भुलां चुकां दी खिमा। आईयां संगतां दा बहुत धन्नवाद। प्रेम दे नाल सारी संगत बुलायो फतेह। वाहिगुरू जी का खालसा, वाहिगुरू जी की फतेह।